ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ। ਅੱਜ ਇੱਕ ਬੜੇ ਇੰਪੋਰਟੈਂਟ ਇਸ਼ੂ ਦੇ ਉੱਤੇ ਤੁਹਾਨੂੰ ਤਕਲੀਫ ਸਾਰਿਆਂ ਨੂੰ ਦਿੱਤੀ ਹੈ। ਮੇਰੇ ਨਾਲ ਸਾਡੇ ਸੀਨੀਅਰ ਸਾਥੀ ਪਾਰਟੀ ਦੇ ਜਨਰਲ ਸੈਕਟਰੀ ਪਵਨ ਕੁਮਾਰ ਟੀਨੂ ਜੀ ਵੀ, ਬਾਕੀ ਸਾਡੇ ਸਾਥੀ ਅਰਸ਼ਦੀਪ ਸਿੰਘ ਕਲੇਰ ਜੀ, ਚੰਡੀਗੜ੍ਹ ਦੇ ਸਾਡੇ ਪ੍ਰਧਾਨ ਸਾਹਿਬ ਹਰਦੀਪ ਸਿੰਘ ਪਟੇਲਾ ਸਾਹਿਬ, ਮੀਡੀਆ ਐਡਵਾਈਜ਼ਰ ਸਾਡੇ ਜਗਵੀਰ ਜੀ। ਪੰਜਾਬ ਦੇ ਵਿੱਚ ਕਰਪਸ਼ਨ ਜਿਹੜੀ ਹੈ ਉਹ ਬੁਰੀ ਤਰ੍ਹਾਂ ਦੇ ਨਾਲ ਘਰ ਕਰ ਚੁੱਕੀ ਹੈ, ਔਰ ਮੈਂ ਕਹਿ ਸਕਦਾ ਕਿ ਕਾਂਗਰਸ ਤੇ ਕਰਪਸ਼ਨ ਇੱਕੋ ਸਿੱਕੇ ਦੇ ਦੋਨੇ ਪਹਿਲੂ ਹੈ। ਅਫਸੋਸ ਇਸ ਗੱਲ ਦਾ ਹੈ ਕਿ ਬੜੇ ਲੰਬੇ ਸਮੇਂ ਤੋਂ ਕਈ ਤਰ੍ਹਾਂ ਦੇ ਸੀਰੀਅਸ ਸਕੈਂਡਲ ਜਿਹੜੇ ਆ ਉਹ ਮੀਡੀਆ ਨੇ ਵੀ ਚੁੱਕੇ, ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਤ ਵਾਰੀ ਪ੍ਰੈਸ ਕਾਨਫਰੰਸਾਂ ਕਰਕੇ ਤੱਥਾਂ ਸਹਿਤ ਇਸ਼ੂ ਰੇਜ਼ ਕੀਤੇ। ਬਹੁਤ ਵਾਰੀ ਅਸੀਂ ਇਹਨਾਂ ਇਸ਼ੂ ਦੇ ਉੱਤੇ ਧਰਨੇ ਵੀ ਦਿੱਤੇ, ਮੁਜ਼ਾਹਰੇ ਵੀ ਕੀਤੇ, ਪਰ ਇੱਕ ਮੈਕੈਨਿਜ਼ਮ ਬਣ ਗਿਆ ਕਾਂਗਰਸ ਪਾਰਟੀ ਦੇ ਵਿੱਚ। ਪਹਿਲਾਂ ਤਾਂ ਮੁੱਖ ਮੰਤਰੀ ਸਾਹਿਬ ਦੀ ਬੜੀ ਵੱਡੀ ਮਹਾਰਤ ਹੈ ਇਸ ਗੱਲ ਦੇ ਵਿੱਚ ਕਿ ਜਦੋਂ ਕੋਈ ਵੱਡਾ ਸਕੈਂਡਲ ਹੁੰਦਾ ਹੈ, ਚਾਹੇ ਸਿਹਤ ਮਹਿਕਮੇ ਦੇ ਵਿੱਚ ਹੋਏ, ਚਾਹੇ ਬੀਜਾਂ ਦਾ ਸਕੈਂਡਲ ਹੋਵੇ ਜਾਂ ਕਿਸੇ ਵੀ ਹੋਰ ਮਹਿਕਮੇ ਦੇ ਵਿੱਚ ਕੋਈ ਸਕੈਂਡਲ ਹੋਵੇ, ਸਕੈਂਡਲ ਬਾਅਦ ਦੇ ਵਿੱਚ ਅਖਬਾਰਾਂ ਦੇ ਵਿੱਚ ਛਪਦਾ ਮੁੱਖ ਮੰਤਰੀ ਸਾਹਿਬ ਦੀ ਕਲੀਨ ਚਿੱਟ ਜਿਹੜੀ ਆ ਉਹ ਪਹਿਲਾਂ ਛਪਦੀ। ਔਰ ਹੁਣ ਜੋ ਕਾਂਗਰਸ ਦੇ ਹਾਲਾਤ ਬਦਲੇ ਉਹਦੇ ਵਿੱਚ ਕਾਂਗਰਸ ਨੇ ਜਿਹੜੀ ਆ ਉਹ ਡੈਫੀਨੇਸ਼ਨ ਹੀ ਜਿਹੜੀ ਕਰਪਸ਼ਨ ਦੀ ਆ ਵੱਖ-ਵੱਖ ਧੜਿਆਂ ਨੇ ਉਹ ਅਲੱਗ ਕਰ ਲਈ ਆ। ਹੁਣ ਜੇ ਮੁੱਖ ਮੰਤਰੀ ਸਾਹਿਬ ਵਾਲਾ ਧੜਾ ਤੇ ਉਹਦੇ ਵਾਸਤੇ ਕੁਝ ਬੰਦੇ ਕਰਪਟ ਨੇ ਜਿਹੜੇ ਮਾਈਨਿੰਗ ਕਰ ਰਹੇ ਆ, ਜਿਹੜੇ ਸਿੱਧੂ ਸਾਹਿਬ ਦੇ ਨਾਲ ਮੱਥਾ ਟੇਕਣ ਗਏ ਸੀ, ਉਹਨਾਂ 'ਚ ਕਈ ਨਜਾਇਜ਼ ਸ਼ਰਾਬ ਵਾਲੇ ਆ, ਕਈ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਵਾਲੇ ਆ, ਕਈ ਰੇਤਾ ਵਾਲੇ ਆ। ਜਿਹੜੇ ਨਵੇਂ ਪ੍ਰਧਾਨ ਸਾਹਿਬ ਬਣੇ ਆ ਸਿੱਧੂ ਸਾਹਿਬ, ਉਹਨਾਂ ਵਾਸਤੇ ਉਹ ਸਾਰੇ ਦੁੱਧ ਧੋਤੇ ਆ ਜਿਹੜੇ ਉਹਨਾਂ ਦੇ ਨਾਲ ਉਸ ਦਿਨ ਮੱਥਾ ਟੇਕ ਆਏ। ਉਹਨਾਂ ਨੂੰ ਉਹਨਾਂ ਦੇ ਵਿੱਚੋਂ ਕੋਈ ਕਰਪਟ ਨਹੀਂ ਲੱਗਦਾ। ਜਾਖੜ ਸਾਹਿਬ ਜਿਹੜੇ ਆ ਉਹਨਾਂ ਦਾ ਇੱਕ ਅਲੱਗ ਨਜ਼ਰੀਆ ਕਿ ਉਹਨਾਂ ਨੂੰ ਇੱਕ ਕੈਬਨਿਟ ਮੰਤਰੀ ਤਾਂ ਕਰਪਟ ਲੱਗਦਾ, ਪਰ 4 ਸਾਲ ਦੇ ਵਿੱਚ ਉਹਨਾਂ ਦੇ ਨੱਕ ਦੇ ਥੱਲੇ ਜਿਹੜੀ ਕਰਪਸ਼ਨ ਲਗਾਤਾਰ ਪਣਪਦੀ ਰਹੀ ਉਹਦੇ ਬਾਰੇ ਜਾਖੜ ਸਾਹਿਬ ਵੀ ਚੁੱਪ ਹੈ। ਇਸ ਕਰਕੇ ਅਸੀਂ ਬੜੇ ਹੈਰਾਨ ਹਾਂ ਕਿ ਕਰਪਸ਼ਨ ਦੇ ਨਾਲ ਕਮਿਟਮੈਂਟ ਕਾਂਗਰਸ ਪਾਰਟੀ ਦੀ ਕਿੰਨੀ ਹੈ। ਪਹਿਲਾਂ ਤਾਂ ਆ ਜਿਹੜਾ ਸਾਰਾ ਪਿੱਛੇ ਵਿਵਾਦ ਉੱਠਿਆ ਸੀ, ਕਲੇਸ਼ ਉੱਠਿਆ ਸੀ, ਜਿਹੜਾ ਦਿੱਲੀ ਪਹੁੰਚਿਆ, ਇਹ ਸ਼ੁਰੂ ਹੀ ਪਹਿਲਾਂ ਇੱਥੇ ਤੋਂ ਹੋਇਆ ਸੀ ਕਿ ਕਰਪਸ਼ਨ ਜਿਹੜੀ ਆ ਸਰਕਾਰ ਦੇ ਵਿੱਚ ਬਹੁਤ ਵੱਡੇ ਸਕੈਂਡਲ ਹੋ ਰਿਹਾ ਔਰ ਅਸੀਂ ਲੋਕਾਂ ਦੇ ਵਿੱਚ ਜਾਣ ਜੋਗੇ ਨਹੀਂ ਹੈ। ਇੱਥੋਂ ਹੀ ਇਹਦੀ ਜੜ ਸ਼ੁਰੂ ਹੋਈ ਸੀ ਕਿ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਉਹ ਕਰਪਸ਼ਨ ਦੇ ਵਿੱਚ ਕਾਂਗਰਸ ਦੀ ਇਹਨਾਂ ਤੋਂ ਵੀ ਐਕਸਪਰਟ ਹੈ। ਉਹਨਾਂ ਨੇ ਸਾਰਿਆਂ ਦਾ ਮੂੰਹ ਬੰਦ ਕਰਾਤਾ ਕਿ ਇਹ ਇਸ਼ੂ ਬਾਹਰ ਨਹੀਂ ਕੱਢਣਾ, ਤੇ ਇਹਨਾਂ ਨੂੰ ਹੋਰ ਇੱਕ ਚਿਹਰਾ ਬਦਲ ਕੇ ਤੇ ਦੂਜੇ ਪਾਸੇ ਲਾਤਾ ਕਿ ਅਸੀਂ ਇਸ ਤਰੀਕੇ ਲੋਕਾਂ ਦੇ ਵਿੱਚ ਪਿੰਡਾਂ 'ਚ ਵੜੀਏ। ਇਹ ਕਰਪਸ਼ਨ ਵਾਲੀ ਗੱਲ ਜਿਹੜੀ ਆ ਇਹ ਘਰ ਦੀ ਗੱਲ ਘਰ ਦੇ ਵਿੱਚ ਰਹਿੰਦੀ ਹੈ। ਪਰ ਮੈਂ ਸਮਝਦਾ ਕਿ ਫਿਰ ਵੀ ਕੁਝ ਚੀਜ਼ਾਂ ਇਹੋ ਜਿਹੀਆਂ ਨੇ ਕਿ ਮੁੱਖ ਮੰਤਰੀ ਸਾਹਿਬ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ, ਸਿੱਧੂ ਦੀ ਲੱਖ ਕੋਸ਼ਿਸ਼ ਦੇ ਬਾਵਜੂਦ ਵੀ, ਜਾਖੜ ਸਾਹਿਬ ਦੇ ਵੀ ਸਾਰੇ ਪਰਦੇ ਢੱਕਣ ਦੇ ਬਾਵਜੂਦ ਵੀ ਉਹ ਫਿਰ ਵੀ ਜਿਹੜੀਆਂ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਐਡੇ ਵੱਡੇ ਸਕੈਂਡਲ ਆ, ਉਹ ਫਿਰ ਜਿਹੜੇ ਆ ਉਹ ਬਾਹਰ ਆ ਰਹੇ। ਉਹਦੇ ਵਿੱਚੋਂ ਇੱਕ ਸਕੈਂਡਲ ਆ ਸਾਧੂ ਸਿੰਘ ਧਰਮਸੋਤ ਦਾ, ਜਿਹੜਾ ਪੋਸਟ ਮੈਟ੍ਰਿਕ SC/BC ਸਕਾਲਰਸ਼ਿਪ ਜਿਹੜਾ ਉਹਨਾਂ ਨੇ ਬਹੁਤ ਵੱਡਾ 55.71 ਕਰੋੜ ਦਾ ਘੁਟਾਲਾ ਜਿਹੜਾ ਉਹਨਾਂ ਦੇ ਆਪਣੇ ਉਸ ਵੇਲੇ ਦੇ ਜਿਹੜੇ ਐਡੀਸ਼ਨਲ ਮੁੱਖ ਸਕੱਤਰ ਮਹਿਕਮੇ ਦੇ ਹੈੱਡ ਸੀ ਉਹਨਾਂ ਨੇ ਕੱਢਿਆ ਸੀ। बड़ी हैरानी की गल है कि महकमे के सैकटरी ने कहा कि साडे मंत्री साहब
39 ਕਰੋੜ ਤਾਂ ਕਹਿੰਦੇ ਪੈਸਾ ਜਿਹੜਾ ਇਹੋ ਜਿਹੀਆਂ ਸੰਸਥਾਵਾਂ ਨੂੰ ਗਿਆ ਜਿਹੜੇ ਭੂਤ ਬੰਗਲੇ ਆ, ਜਿਨ੍ਹਾਂ ਦਾ ਪਤਾ ਹੀ ਕੋਈ ਨਹੀਂ ਕਿ ਉਹ ਕਾਲਜ ਕਿੱਥੇ ਨੇ, ਕਾਲਜ ਐਗਜ਼ਿਸਟ ਨਹੀਂ ਕਰਦੇ, ਉੱਥੇ ਚਲਾ ਗਿਆ। 17 ਕਰੋੜ ਉਹਨਾਂ ਨੇ ਕਿਹਾ ਕਿ ਗਲਤ ਵੰਡਿਆ ਗਿਆ। ਇਹ ਫਾਈਂਡਿੰਗ ਸੀ ਜਿਹੜੀ ਪਹਿਲਾ ਕਮਿਸ਼ਨ ਦਾ। ਸਾਰੇ ਸਕੈਂਡਲ ਦੀ ਡਿਟੇਲ ਪਵਨ ਕੁਮਾਰ ਟੀਨੂ ਜੀ ਤੁਹਾਨੂੰ ਬਾਅਦ ਚ ਡਿਟੇਲ ਚ ਦੇਣਗੇ। ਮੁੱਖ ਮੰਤਰੀ ਸਾਹਿਬ ਦਾ ਯਾਰਾਨਾ ਸਾਧੂ ਸਿੰਘ ਧਰਮਸੋਤ ਨਾਲ ਆ, ਕਿਉਂਕਿ ਪਤਾ ਹੀ ਹੈ ਕਿ ਰੋਜ਼ ਜੋ ਕੁਝ ਮੁੱਖ ਮੰਤਰੀ ਸਾਹਿਬ ਦੇ ਬਾਰੇ ਫੀਲਡਿੰਗ ਕਰਨੀ ਹੁੰਦੀ ਹੈ, ਬੈਟਿੰਗ ਕਰਨੀ ਹੁੰਦੀ ਹੈ, ਉਹ ਜਾ ਕੇ ਧਰਮਸੋਤ ਨੇ ਕਰਨੀ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਵਿਚਾਰ ਕੀਤਾ, ਮੁੱਖ ਸਕੱਤਰ ਸਾਹਿਬ ਦੀ ਇਨਕੁਆਇਰੀ ਲਾਤੀ ਤੇ ਉਹਨੂੰ ਕਿਹਾ ਕਿ ਤੂੰ ਡਟ ਕੇ ਉੱਤੇ ਬੈਠਾ ਰਹਿ ਕੁਰਸੀ ਤੇ ਇਦਾਂ ਹੀ ਇਨਕੁਆਇਰੀ ਕਰਾ ਕੇ ਤੈਨੂੰ ਬਰੀ ਕਰ ਦਿਆਂ। ਹੁਣ ਅੱਜ ਮੈਂ ਅਖਬਾਰ ਦੇ ਵਿੱਚ ਪੜ੍ਹ ਰਿਹਾ ਸੀ ਕਿ ਮੁੱਖ ਸਕੱਤਰ ਸਾਹਿਬਾਨ ਨੇ ਪੂਰੀ ਕੋਸ਼ਿਸ਼ ਕਰ ਲਈ ਆ, ਪਰ 7 ਕਰੋੜ ਦਾ ਕਹਿੰਦੇ ਹਾਲੇ ਵੀ ਜਿਹੜਾ ਉਹ ਕੰਮ ਹੈਗਾ। ਚਲੋ ਮੈਂ ਕਹਿੰਦਾ 55 ਕਰੋੜ ਹੈ, 7 ਕਰੋੜ ਹੈ, ਇੱਕ ਪੈਸੇ ਦਾ ਵੀ ਜੇ ਗਬਨ ਹੋਵੇ ਸਰਕਾਰ ਦੇ ਵਿੱਚ ਤੇ ਬੰਦਾ ਗ੍ਰਿਫਤਾਰ ਹੋ ਕੇ ਅੰਦਰ ਹੋਣਾ ਚਾਹੀਦਾ। ਹੁਣ ਨਵੀਂ ਗੱਲ ਹੋ ਗਈ ਕਿ ਕੇਂਦਰ ਸਰਕਾਰ ਦਾ ਜਿਹੜਾ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਹੈ, ਮਿਨਿਸਟਰੀ ਹੈ, ਉਹਨੇ ਵੀ ਇਹਨਾਂ ਦੀਆਂ ਜਿਹੜੀਆਂ ਹੁਣ ਤੱਕ ਦੀਆਂ ਦਲੀਲਾਂ ਉਹਨੂੰ ਨਹੀਂ ਮੰਨਿਆ। ਪੈਸਾ ਕੇਂਦਰ ਸਰਕਾਰ ਨੇ ਭੇਜਿਆ ਸੀ, ਉਹਨਾਂ ਨੇ ਸੀਬੀਆਈ ਦੀ ਇਨਕੁਆਇਰੀ ਜਿਹੜੀ ਹੈ ਉਹ ਸ਼ੁਰੂ ਕਰਾ ਦਿੱਤੀ। ਕੰਪਲੀਟ ਕਰਕੇ ਸੀਬੀਆਈ ਦੀ ਇਨਕੁਆਇਰੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਵਿੱਚ ਸ਼ੁਰੂ ਹੋਈ ਹੈ, ਪਰ ਮੈਂ ਸਮਝਦਾ ਕਿ ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਹੋਏ ਆ। ਜੇ ਸੀਬੀਆਈ ਦੀ ਇਨਕੁਆਇਰੀ ਹੋ ਗਈ ਤੇ ਮੁੱਖ ਮੰਤਰੀ ਸਾਹਿਬ ਦਾ ਫਰਜ਼ ਬਣਦਾ ਸੀ ਕਿ ਤੂੰ ਘੱਟੋ ਘੱਟ ਇਹਨੂੰ ਮਿਨਿਸਟਰੀ ਤੋਂ ਤੁਰੰਤ ਹਟਾ ਦਿੱਤਾ ਜਾਵੇ। ਜਾਂ ਨੈਤਿਕਤਾ ਇਸ ਗੱਲ ਦੀ ਮੰਗ ਕਰਦੀ ਸੀ ਕਿ ਆਪਣੇ ਆਪ ਸਾਧੂ ਸਿੰਘ ਧਰਮਸੋਤ, ਵੈਸੇ ਅਸੀਂ ਉਮੀਦ ਨਹੀਂ ਕਰਦੇ ਕਿ ਉੱਥੇ ਉਹ ਅਸਤੀਫਾ ਦੇ ਦੇਣਗੇ, ਪਰ ਨੈਤਿਕਤਾ ਇਸ ਗੱਲ ਦੀ ਮੰਗ ਕਰਦੀ ਸੀ ਕਿਉਂਕਿ ਰੁਤਬਾ ਕੈਬਨਿਟ ਮਿਨਿਸਟਰ ਦਾ, ਇਸ ਕਰਕੇ ਉਹਨਾਂ ਨੂੰ ਸਟੈਪ ਡਾਊਨ ਕਰਨਾ ਚਾਹੀਦਾ ਸੀ ਆਪਣੇ ਆਪ ਕਿ ਪਹਿਲਾਂ ਇਨਕੁਆਇਰੀ ਹੋ ਲੈਣ ਦਿਓ। ਕਿਉਂਕਿ ਆਪਣੇ ਮੁੱਖ ਸਕੱਤਰ ਵਾਲੀ ਰਿਪੋਰਟ ਵੀ ਹਾਲੇ ਤੱਕ ਜਨਤਕ ਨਹੀਂ ਹੋਈ, ਜੋ ਅਖਬਾਰ ਦੇ ਵਿੱਚ ਅੱਜ ਛਪਿਆ, ਬੜੀ ਵੱਡੀ ਅੰਗਰੇਜ਼ੀ ਦੇ ਅਖਬਾਰ ਦੇ ਵਿੱਚ, ਕਿ ਉਹਨਾਂ ਵੀ ਇਹਨਾਂ ਨੂੰ ਤਾਂ ਕਹਿਤਾ ਕਿ 7 ਕਰੋੜ ਤਾਂ ਬਿਲਕੁਲ ਹੀ ਕਿਸੇ ਤਰੀਕੇ ਢੱਕਿਆ ਨਹੀਂ ਜਾ ਸਕਦਾ, ਇਹਨਾਂ ਕੋ ਗਬਨ ਤਾਂ ਆਪਣੇ ਆਪ ਸਾਹਮਣੇ ਆ ਰਿਹਾ। ਇਸ ਲਈ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਘੱਟੋ ਘੱਟ ਗਰੀਬ ਲੋਕਾਂ ਦਾ ਪੈਸਾ ਖਾਣ ਵਾਲੇ, ਦਲਿਤ ਵਰਗ ਦਾ ਪੈਸਾ ਖਾਣ ਵਾਲੇ, ਪਛੜੀਆਂ ਸ਼੍ਰੇਣੀਆਂ ਦੇ ਬੱਚਿਆਂ ਦਾ ਪੈਸਾ ਖਾਣ ਵਾਲੇ ਇਸ ਮੰਤਰੀ ਨੂੰ ਤੁਰੰਤ ਇੱਥੋਂ ਹਟਾਇਆ ਜਾਵੇ। ਉਹਦੀ ਡਿਟੇਲ ਬਾਅਦ ਚ ਤੁਹਾਨੂੰ ਸਾਰੀ ਜਿਹੜੀ ਹੈ ਪਵਨ ਕੁਮਾਰ ਜੀ ਦਿੰਦੇ। ਦੂਜੀ ਗੱਲ ਹੈ ਕਿ ਕਾਂਗਰਸ ਦੇ ਪ੍ਰਧਾਨ ਸਾਹਿਬ ਕੱਲ ਆਪਣੇ ਬਾਕੀ ਜਿਹੜੇ ਵਰਕਿੰਗ ਪ੍ਰਧਾਨ ਸਾਹਿਬ ਦੇ ਨਾਲ ਚਿੱਠੀ ਦੇ ਕੇ ਆਏ ਆ ਇੱਕ ਮੁੱਖ ਮੰਤਰੀ ਸਾਹਿਬ ਨੂੰ। ਮੈਂ ਬੜਾ ਹੈਰਾਨ ਹੁੰਦਾ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਬੜੇ ਦਿਨ ਵੱਡੀ ਚੌੜੀਆਂ ਸਾਰਿਆਂ ਦੀ ਗੱਲਬਾਤ ਸੁਣ ਕੇ ਤੇ 18 ਪ੍ਰੋਗਰਾਮਾਂ ਦਾ ਐਲਾਨ ਕੀਤਾ ਸੀ ਕਿ 18 ਪੁਆਇੰਟ ਘੱਟੋ ਘੱਟ ਛੇਤੀ ਲਾਗੂ ਕਰ ਦਿਓ। ਹੁਣ ਸਿੱਧੂ ਸਾਹਿਬ 18 ਤੋਂ 5 ਤੇ ਆ ਗਏ। ਪਹਿਲਾਂ ਤਾਂ ਮੈਂ ਪੁੱਛਦਾ ਵੀ 13 ਪੁਆਇੰਟ ਪ੍ਰਧਾਨ ਸਾਹਿਬ ਕਿੱਥੇ ਗਏ? ਹਾਲੇ ਤੇ ਪ੍ਰਧਾਨਗੀ ਦੀ ਤੁਸੀਂ ਸਹੁੰ ਹੀ ਚੱਕੀ ਆ, ਉੱਥੇ ਜਿਹੜੀ ਆ ਡਰਾਮਾ ਕੀਤਾ ਤੇ 13 ਪੁਆਇੰਟ ਤੁਸੀਂ ਆਉਂਦੇ ਹੀ ਜਿਹੜੇ ਹਾਈ ਕਮਾਂਡ ਦੇ ਲਿਸਟ ਚੋਂ ਕੱਢ ਦਿੱਤੇ। ਪਹਿਲਾਂ ਤਾਂ ਇਹ ਦੱਸੋ ਵੀ ਇਹ 13 ਕਿੱਦਾਂ ਘਟ ਗਏ? ਇਹਨਾਂ 13 ਦੇ ਵਿੱਚ ਤੁਸੀਂ ਇਹ ਤਾਂ ਜਿਹੜੇ 5 ਲਿਖ ਕੇ ਦੇ ਕੇ ਆਏ ਹੋ, ਇਹ ਤਾਂ ਤੁਸੀਂ ਆਪਣੀ ਬੱਲੇ ਬੱਲੇ ਕਰਾਈ, ਜਿਹੜਾ ਆਪਣਾ ਖੂਹ ਦਾ ਰੋਲ ਨਿਭਾਇਆ ਵੀ ਜਿਹੜਾ ਤੁਹਾਡਾ ਹੰਕਾਰ ਸੀ ਕਿ ਮੈਂ ਖੂਹ ਹਾਂ ਤੇ ਪਿਆਸਾ ਮੇਰੇ ਕੋਲ ਚੱਲ ਕੇ ਆਵੇ। ਚਲੋ ਖੈਰ ਉਹਨਾਂ ਨੇ ਤਾਂ ਜਵਾਬ ਦੇ ਦਿੱਤਾ ਚੰਗੀ ਤਰ੍ਹਾਂ ਨੇ ਹੰਕਾਰ ਦਾ, ਸਾਰੇ ਕਿਸਾਨਾਂ ਨੇ, ਲੋਕਾਂ ਨੇ ਵੀ ਦਿੱਤਾ, ਪਾਰਟੀਆਂ ਨੇ ਵੀ ਦਿੱਤਾ। ਪਰ ਤੁਸੀਂ ਸਿੱਧੂ ਸਾਹਿਬ ਇਹ ਤਾਂ ਲਿਖ ਕੇ ਦੇ ਕੇ ਆਏ ਕਿ ਇਹ ਕੈਂਸਲ ਹੋਣੇ ਚਾਹੀਦੇ ਆ ਕਾਨੂੰਨ। ਇਹ ਤਾਂ ਮੁੱਖ ਮੰਤਰੀ ਪੰਜਾਬ ਨਹੀਂ ਕਰ ਸਕਦਾ, ਕੇਂਦਰ ਸਰਕਾਰ ਨੇ ਕਰਨੇ। ਤੁਸੀਂ ਇਹ ਕਿਉਂ ਨਹੀਂ ਲਿਖ ਕੇ ਦੇ ਕੇ ਆਏ ਕਿ ਘੱਟੋ ਘੱਟ ਜਿਹੜੀ 2017 ਦੇ ਵਿੱਚ 4 ਅਮੈਂਡਮੈਂਟ APMC ਐਕਟ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀਆਂ ਸੀ ਵੀ ਉਹ ਇਮੀਡੀਏਟਲੀ ਕਰੋ ਤਾਂ ਜੋ ਦੇਸ਼ ਦੀ ਬਾਕੀ ਸਰਕਾਰ ਨੂੰ ਵੀ ਤੁਸੀਂ ਕਹਿਣ ਵਾਲੇ ਬਣੋ। ਮੈਂ ਪੁੱਛਦਾ ਕਿ ਕੀ ਇਹਨਾਂ ਦੀ ਜਾਣਕਾਰੀ ਦੇ ਵਿੱਚ ਨਹੀਂ ਸੀ ਕਿ APMC ਐਕਟ ਦੇ ਵਿੱਚ ਜਿਹੜੀਆਂ 4 ਸੋਧਾਂ ਕੀਤੀਆਂ ਗਈਆਂ ਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ 2017 ਦੇ ਵਿੱਚ,
ਉਹ ਸੇਮ ਨੇ ਜਿਹੜੇ ਉਹੀ 3 ਕਾਨੂੰਨ ਆ। ਤੇ ਤੁਸੀਂ ਆਪਣੀ ਸਰਕਾਰ ਨੂੰ ਜੇ ਕੱਲ ਕਹਿਣ ਗਏ ਸੀ ਤੇ ਤੁਸੀਂ ਘੱਟੋ ਘੱਟ ਇੱਥੇ ਸਮਝੌਤਾ ਕਿਉਂ ਕੀਤਾ? ਦੂਜੀ ਗੱਲ ਕਿ ਤੁਸੀਂ ਜਿਹੜੀ ਸਾਰਿਆਂ ਨੇ ਗੁਟਕਾ ਸਾਹਿਬ ਦੀ ਸਹੁੰ ਚੁਕਾਈ ਸੀ ਕਿ ਸਾਰਾ ਕਿਸਾਨੀ ਦਾ ਕਰਜ਼ਾ ਮਾਫ ਹੋਏਗਾ, ਉਹ ਤੁਹਾਡੇ ਕੱਲ ਵਾਲੀ ਚਿੱਠੀ ਦੇ ਵਿੱਚੋਂ ਗਾਇਬ ਕਿਉਂ ਹੈ? ਇਹਦਾ ਮਤਲਬ ਕਿ ਨਵੇਂ ਪ੍ਰਧਾਨ ਸਾਹਿਬ ਕਾਂਗਰਸ ਦਿਆਂ ਨੇ ਮੰਨ ਲਿਆ ਕਿ ਕਰਜ਼ੇ ਮਾਫੀ ਨੂੰ ਜਿਹੜਾ ਕਿਸਾਨ ਭੁੱਲ ਜਾਣ। ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਵਾ ਕੇ ਤੇ ਤੁਸੀਂ ਕਰਜ਼ੇ ਮਾਫੀ ਦੀ ਗੱਲ ਕੀਤੀ ਸੀ, ਉਹ ਤੁਹਾਡੇ ਪੰਜਾਂ ਦੇ ਵਿੱਚ ਸ਼ਾਮਲ ਨਹੀਂ। ਕਿਹੜਾ ਟਾਈਮ ਰਹਿ ਗਿਆ? ਹੁਣ 2-3 ਮਹੀਨਿਆਂ ਤੋਂ ਬਾਅਦ ਕੋਡ ਆਫ ਕੰਡਕਟ ਲੱਗ ਜਾਣਾ। ਕਿਹੜਾ ਸਮਾਂ ਸਰਕਾਰ ਦੇ ਕੋਲੇ ਰਹਿ ਗਿਆ ਕਿ ਜਿਹੜਾ ਤੁਸੀਂ ਇਹ ਪੰਜਾਂ ਦੇ ਵਿੱਚ ਸ਼ਾਮਲ ਨਹੀਂ ਕੀਤਾ? ਇਹਦਾ ਮਤਲਬ ਕਿ ਇਸ ਵਾਅਦੇ ਤੋਂ ਮੁਕਰਨ ਦੇ ਵਿੱਚ ਤੁਸੀਂ ਵੀ ਬਤੌਰ ਪ੍ਰਧਾਨ ਜਿਹੜੇ ਆ ਉਨੇ ਸ਼ਾਮਲ ਹੋ ਜਿੰਨਾ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋਏ। ਤੀਜੀ ਗੱਲ ਕਿ ਮੈਂ ਚਿੱਠੀ ਧਿਆਨ ਨਾਲ ਪੜ੍ਹ ਰਿਹਾ ਸੀ ਕਿ ਨੌਜਵਾਨਾਂ ਨੂੰ ਵੀ ਘਰ ਘਰ ਨੌਕਰੀਆਂ ਦਾ ਵਾਅਦਾ ਕਾਂਗਰਸ ਸਰਕਾਰ ਨੇ ਉਦੋਂ ਗੁਟਕਾ ਸਾਹਿਬ ਦੀ ਸਹੁੰ ਫੜ ਕੇ ਕੀਤਾ ਸੀ। ਤੇ ਪ੍ਰਧਾਨ ਸਾਹਿਬ ਹੁਣ ਨੌਜਵਾਨਾਂ ਨੂੰ ਗੱਲਾਂ ਤਾਂ ਚੁਟਕਲੇ ਤਾਂ ਬੜੇ ਵਧੀਆ ਸੁਣਾਉਂਦੇ ਆ, ਤੇ ਕੱਲੇ ਚੁਟਕਲਿਆਂ ਦੇ ਨਾਲ ਨੌਜਵਾਨਾਂ ਦਾ ਢਿੱਡ ਕਿੱਥੋਂ ਭਰ ਜਾਏਗਾ? ਕਿ ਤੁਹਾਡਾ ਫਰਜ਼ ਨਹੀਂ ਸੀ ਬਣਦਾ ਕਿ ਸਰਕਾਰ ਨੂੰ ਜਾ ਕੇ ਕਹਿੰਦੇ ਕਿ ਇਮੀਡੀਏਟਲੀ ਜਿਹੜੀ ਖਾਲੀ ਜਿੰਨੀਆਂ ਪੋਸਟਾਂ ਪੰਜਾਬ ਦੇ ਵਿੱਚ ਉਹ ਜਿਹੜੀਆਂ ਉਹ ਭਰੀਆਂ ਜਾਣ? ਔਰ ਦੂਜੀ ਗੱਲ ਜਿਹੜੀ ਮੈਂ ਉਹਨਾਂ ਨੂੰ ਪੁੱਛਣੀ ਚਾਹੁੰਦਾ ਕਿ ਕੀ ਕਰਪਸ਼ਨ ਹੁਣ ਤੁਹਾਡੇ ਏਜੰਡੇ ਦੇ ਉੱਤੇ ਕੋਈ ਇਸ਼ੂ ਨਹੀਂ? ਤੁਹਾਡੇ ਤੇ ਵੀ ਤੁਸੀਂ ਤਾਂ ਬੜੀਆਂ ਇਮਾਨਦਾਰੀ ਦੀਆਂ, ਟਰਾਂਸਪੇਰੈਂਸੀ ਦੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਸੀਗੀਆਂ। ਅੱਜ ਤੁਸੀਂ ਉਹਨਾਂ ਨਜਾਇਜ਼ ਸ਼ਰਾਬ ਦੇ ਠੇਕੇਦਾਰ ਜਿਹੜੇ ਐਮਐਲਏ ਆ ਜਿਨ੍ਹਾਂ ਦੀਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਗਈਆਂ, ਜਿਹੜੇ ਤੁਹਾਡੇ ਆਲੇ ਦੁਆਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਹਿਲੇ ਦਿਨ ਖੜੇ ਸੀ, ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਕਿ ਤੁਸੀਂ ਵੀ ਨਾਲ ਕਰਪਸ਼ਨ ਦੇ ਉੱਤੇ ਉਹਨਾਂ ਸਮਝੌਤਾ ਕਰ ਲਿਆ? ਮੈਂ ਫਿਰ ਰਿਪੀਟ ਕਰਦਾ ਕਿ ਜਿਹੜੇ 125 ਬੰਦੇ ਮਰੇ ਸੀ, ਜਿਹੜੇ ਉਹਨਾਂ ਦੇ ਆਪਣੇ ਜਿਸ ਇਲਾਕੇ ਨੂੰ ਰਿਪਰੈਜ਼ੈਂਟ ਕਰਦੇ ਆ ਉਹਦੇ ਆਸ-ਪਾਸ ਦੇ ਸੀ, ਤੇ ਉਹਨਾਂ ਦਾ ਤੁਸੀਂ ਫਿਰ ਕਿਉਂ ਭੁੱਲ ਗਏ? ਤੁਸੀਂ ਉੱਥੇ ਫਿਰ ਕਿਉਂ ਨਹੀਂ ਜ਼ੋਰ ਦਿੱਤਾ ਕਿ ਜਿਹੜੇ ਵੱਡੇ ਮਗਰਮੱਛ ਸੀ ਜਿਨ੍ਹਾਂ ਦੀਆਂ ਇੰਡਸਟਰੀਆਂ ਦੇ ਵਿੱਚੋਂ, ਡਿਸਟਿਲਰੀਆਂ ਦੇ ਵਿੱਚੋਂ ਉਹ ਸਾਰੀ ਨਜਾਇਜ਼ ਸ਼ਰਾਬ ਜਿਹੜੀ ਨਿਕਲ ਕੇ ਆਈ ਸੀ, ਕਿ ਘੱਟੋ ਘੱਟ ਸਾਨੂੰ ਉਸ ਡਿਸਟਿਲਰੀ ਦਾ ਨਾਂ ਹੀ ਸਰਕਾਰ ਕੋਲੋਂ ਪਤਾ ਕਰ ਦਿੰਦੇ ਕਿ ਉਸ ਡਿਸਟਿਲਰੀ ਦਾ ਨਾਂ ਕੀ ਹੈ। ਤੇ ਫਿਰ ਤੁਸੀਂ ਉਹ ਵੀ ਨਹੀਂ ਗੱਲ ਕੀਤੀ ਕਿ ਜਿਹੜਾ ਉੱਥੇ ਰੇਤਾ ਦਾ ਸਾਡੇ ਪ੍ਰਧਾਨ ਸਾਹਿਬ ਨੇ ਵੀ 2 ਥਾਂ ਦੇ ਉੱਤੇ ਜਾ ਕੇ ਮੌਕੇ ਦੇ ਉੱਤੇ ਮੀਡੀਆ ਨੂੰ ਦਿਖਾਇਆ ਕਿ 200 ਫੁੱਟ ਤੱਕ ਮਾਈਨਿੰਗ ਹੋ ਰਹੀ ਹੈ। ਫਿਰ ਜਿਹੜੇ ਤੁਹਾਡੇ ਸੱਜੇ ਖੱਬੇ ਸਾਰੇ ਉਹ ਜਿਹੜੇ ਠੇਕੇਦਾਰ ਆ ਰੇਤਾ ਦੇ ਖੜੇ ਸੀ ਨਜਾਇਜ਼ ਮਾਈਨਿੰਗ ਵਾਲੇ, ਫਿਰ ਉਹਨਾਂ ਦੇ ਦਬਾਅ ਥੱਲੇ ਤੁਸੀਂ ਜਾ ਕੇ ਮੁੱਖ ਮੰਤਰੀ ਨੂੰ ਚਿੱਠੀ ਦੇ ਵਿੱਚ ਇਹ ਵੀ ਦਰਜ ਕਰਨਾ ਭੁੱਲ ਗਏ ਕਿ ਜਿਹੜਾ ਵਾਤਾਵਰਨ ਪੰਜਾਬ ਦਾ ਤਬਾਹ ਕਰ ਦਿੱਤਾ, ਦਰਖਤ ਸੁੱਕ ਗਏ ਆ, ਪ੍ਰਦੂਸ਼ਿਤ ਕਰ ਦਿੱਤਾ ਵਾਤਾਵਰਨ, ਖਜ਼ਾਨੇ ਨੂੰ ਚੋਰੀ ਕੀਤਾ, ਉਹਦੇ ਉੱਤੇ ਤੁਹਾਡਾ ਕੀ ਸਟੈਂਡ ਆ? ਇਸ ਕਰਕੇ ਇੱਕ ਮੈਂ ਹੋਰ ਕੁਐਸਚਨ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਪੀਪੀਏ ਜਿਹੜੇ ਐਗਰੀਮੈਂਟ ਸੀ ਬਿਜਲੀ ਸਮਝੌਤੇ ਦੇ ਉਹ ਤਾਂ ਲਿਖ ਕੇ ਦੇ ਦਿੱਤੇ ਲੋਕਾਂ ਦਾ ਘਰ ਪੂਰਾ ਕਰਨ ਵਾਸਤੇ, ਵੀ ਮੈਂ ਲਿਖ ਕੇ ਦਿਆਂ ਕਿ ਇਹਨਾਂ ਨੂੰ ਜਿਹੜਾ ਕੈਂਸਲ ਕਰ ਦਿਓ। ਪਰ ਮੈਂ ਸਿੱਧੂ ਸਾਹਿਬ ਇਹ ਪੁੱਛਣਾ ਕਿ ਇਹ ਵੀ ਪੁੱਛਣਾ ਸੀ ਕਿ ਇਹਨਾਂ ਸਮਝੌਤਿਆਂ ਦੇ ਤਹਿਤ ਜਿਹੜਾ ਰਲ ਮਿਲ ਕੇ ਸਰਕਾਰ ਨੇ, ਸਰਕਾਰ ਦੇ ਅਫਸਰਾਂ ਨੇ ਕੇਸ ਹਾਰੇ ਜਿਹਦੇ ਕਰਕੇ 2.5 ਕਰੋੜ ਰੁਪਈਆ ਕੰਪਨੀਆਂ ਨੂੰ ਦੇਣਾ ਪਿਆ, ਤੁਸੀਂ ਉਹਦੇ 'ਚ ਇਨਕੁਆਇਰੀ ਦੀ ਮੰਗ ਕਿਉਂ ਨਹੀਂ ਕੀਤੀ ਕਿ ਕੌਣ ਅਫਸਰ ਜ਼ਿੰਮੇਵਾਰ ਹੈ ਜਿਹਨੇ ਗਲਤ ਤੱਥ ਪੇਸ਼ ਕੀਤੇ ਜਾ ਕੇ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ, ਤੇ ਜਿਹਦੇ ਕਰਕੇ ਕੇਸ ਹਾਰਿਆ ਤੇ 2.5 ਕਰੋੜ ਰੁਪਈਆ ਇੱਕ ਦੇਣਾ ਪੈ ਗਿਆ ਤੇ ਅੱਗੋਂ ਲਗਾਤਾਰ ਉਹ ਪੈਸਾ ਫਿਰ ਦੇਣਾ ਪੈਣਾ। ਤੁਸੀਂ ਕੱਲ ਉਸ ਕਰਪਸ਼ਨ ਦੀ ਗੱਲ ਜਿਹੜੀ ਹੈ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹਦੀ ਕਿਉਂ ਨਹੀਂ ਜੁੜੀ? ਤੁਸੀਂ 1600 ਕਰੋੜ ਰੁਪਈਆ ਜਿਹੜਾ ਨਜਾਇਜ਼ ਕੇਸ ਹਾਰਿਆ ਇੱਕ ਹੋਰ ਇੱਕ ਮਾਈਨਿੰਗ ਕੰਪਨੀ ਨੂੰ ਫਾਇਦਾ ਦੇਣ ਵਾਸਤੇ ਕੋਲੇ ਦੀ ਨੂੰ, ਉਹਦੀ ਗੱਲ ਐਮਟਾ ਦੀ ਕੱਲ ਕਿਉਂ ਨਹੀਂ ਕੀਤੀ ਕਿ ਉਹਦੇ ਵਿੱਚ ਕਿਹੜਾ ਅਫਸਰ ਜ਼ਿੰਮੇਵਾਰ ਸੀ ਜਿਨਨੇ ਆਰਬਿਟਰੇਟਰ ਦਾ ਫੈਸਲਾ ਜਿਹੜਾ ਉਹ 2.5 ਸਾਲ ਤੱਕ ਲੁਕਾ ਕੇ ਰੱਖਿਆ ਕਿ ਕਿਤੇ ਹਾਈ ਕੋਰਟ ਜਿਹੜੀ ਆ ਇੱਥੇ ਸਟੇਟ ਗਵਰਨਮੈਂਟ ਨੂੰ ਰਿਲੀਫ ਨਾ ਦੇ ਦੇ, ਔਰ 2.5 ਸਾਲ ਬਾਅਦ ਉਹ ਹਾਈ ਕੋਰਟ ਦੇ ਵਿੱਚ ਗਿਆ ਤੇ ਜੱਜ ਸਾਹਿਬ ਨੇ ਥੱਲੇ ਮਾਰਿਆ ਕਿ ਤੁਸੀਂ ਜਾਣਬੁੱਝ ਕੇ 2.5 ਸਾਲ ਆਪਣੇ ਕੋਲ ਕਿਉਂ ਨਹੀਂ ਰੱਖਿਆ। ਇਸ ਕਰਕੇ ਇਹ ਸਾਰੇ ਜਿਹੜੇ ਇਸ਼ੂ ਸੀ, ਇਹ ਸਾਰੇ ਇਸ਼ੂ ਉਹਨਾਂ ਨੇ ਕਿਉਂ ਨਹੀਂ ਰੱਖੇ
ਇਹ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਨਤਕ ਤੌਰ ਤੇ ਉਹਦਾ ਜਵਾਬ ਦੇ। ਇੱਕ ਜਾਖੜ ਸਾਹਿਬ ਨੂੰ ਵੀ ਬੇਨਤੀ ਹੈ ਕਿ ਇੱਕ ਮੰਤਰੀ ਦਾ ਨਾਂ ਲਈ ਜਾਂਦੇ ਹੋ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਉਹਦੀ ਵੀ ਜਾਂਚ ਹੋਣੀ ਚਾਹੀਦੀ, ਅਸੀਂ ਪਹਿਲਾਂ ਵੀ ਮੰਗ ਕੀਤੀ ਹੈ। ਤੇ ਜਿਹੜੀ 4 ਸਾਲ ਤੁਹਾਡੇ ਰਾਜ ਦੇ ਵਿੱਚ ਹੋਇਆ ਉਹਦਾ ਬਾਕੀ ਹਿਸਾਬ ਕੌਣ ਦਊਗਾ? ਹੁਣ ਹਿੰਮਤ ਕਰੋ ਜਾਖੜ ਸਾਹਿਬ, ਇਹ ਕਰਪਸ਼ਨ ਜਿਹੜੀ ਤੁਹਾਡੇ ਟਾਈਮ ਤੇ ਹੋਈ ਆ ਘੱਟੋ ਘੱਟ ਰੋਕ ਨਹੀਂ ਸਕੇ, ਨਾ ਤਾਂ ਦੱਸੋ ਹੁਣ ਇਦੋਂ ਬਾਅਦ ਤਾਂ ਕੀ ਮਿਲਣਾ ਤੁਹਾਨੂੰ? ਜਿੰਨਾ ਜਲੀਲ ਇਹਨਾਂ ਨੇ ਤੁਹਾਨੂੰ ਕਰਨਾ ਸੀ ਕਰ ਦਿੱਤਾ। ਹੁਣ ਘੱਟੋ ਘੱਟ ਇਹਨਾਂ ਦਾ ਮੂੰਹ ਖੋਲੋ ਕਿ ਜਿਹੜੀ ਬਾਕੀ ਐਡੇ ਵੱਡੇ ਵੱਡੇ ਸਕੈਂਡਲ ਆ ਇਹਦੀ ਵੀ ਜਾਂਚ ਦੀ ਮੰਗ ਤਾਂ ਕਰ ਦਿਓ। ਕਰਨੀ ਤਾਂ ਨਹੀਂ, ਸਾਨੂੰ ਪਤਾ ਕਲੀਨ ਚਿੱਟਾਂ ਤੁਸੀਂ ਉੱਥੇ ਸਾਰੀਆਂ ਕੱਢ ਕੇ ਰੱਖੀਆਂ। ਇਸ ਕਰਕੇ ਜਿਹੜਾ ਕੋਈ ਤੇ ਕੁਐਸਚਨ ਹੋਇਆ ਬਾਅਦ ਚ ਲਵਾਂਗੇ। ਪਹਿਲਾਂ ਟੀਨੂ ਸਾਹਿਬ ਨੂੰ ਮੈਂ ਬੇਨਤੀ ਕਰਦਾ ਕਿ ਉਹ ਜਿਹੜੀ ਹੈ ਡਿਟੇਲ ਸਾਰੀ ਕਰ ਲਓ। ਪੂਰੇ ਕਰੋ। ਠੀਕ, ਥੈਂਕ ਯੂ ਜੀ। ਹਾਂਜੀ, ਨਹੀਂ ਕੋਈ ਨਹੀਂ, ਆਵਾਜ਼ ਉੱਚੀ ਬੋਲੋ, ਕੋਈ ਬੋਲੋ। ਡਾਕਟਰ ਦਲਜੀਤ ਸਿੰਘ ਚੀਮਾ ਜੀ ਨੇ ਤੁਹਾਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘੁਟਾਲੇ ਸੰਬੰਧੀ ਤੇ ਹੋਰ ਇਸ਼ੂ ਦੇ ਉੱਤੇ ਚਾਨਣਾ ਪਾਇਆ। ਦੇਖੋ, ਤੁਸੀਂ ਸਾਰੇ ਜਾਣਦੇ ਹੋ ਕਿ 2018 ਤੋਂ ਹੀ ਪੰਜਾਬ ਦੀ ਵਿਧਾਨ ਸਭਾ 'ਚ, ਮੈਦਾਨ 'ਚ, ਜ਼ਿਲ੍ਹਿਆਂ 'ਚ ਜਾ ਕੇ ਅਸੀਂ ਇਸ ਇਸ਼ੂ ਨੂੰ ਚੁੱਕਦੇ ਰਹੇ ਹਾਂ। ਕਾਲਜਸ ਦੇ ਸਟੂਡੈਂਟ ਚੁੱਕਦੇ ਰਹੇ ਆ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪੱਧਰ ਤੇ ਅਸੀਂ DC ਦਫ਼ਤਰਾਂ ਧਰਨੇ ਵੀ ਦਿੱਤੇ ਆ। ਚਾਹੇ ਉਦੋਂ ਕਰੋਨਾ ਬਹੁਤ ਤੇਜ਼ੀ ਨਾਲ ਫੈਲਿਆ ਹੋਇਆ ਸੀ, ਪਰ ਫਿਰ ਵੀ ਅਸੀਂ DCs ਦੇ ਕੋਲ ਜਾ ਕੇ ਆਪਣੀ ਗੱਲ ਰੱਖਦੇ ਰਹੇ। 1 ਸਤੰਬਰ 2020 ਨੂੰ ਅਸੀਂ ਦਿੱਲੀ ਕੇਂਦਰ ਦੇ ਵਜ਼ੀਰ ਜਿਹੜੇ ਆ ਸੋਸ਼ਲ ਜਸਟਿਸ ਥਾਵਰ ਚੰਦ ਗਹਿਲੋਤ ਜੀ ਨੂੰ ਮਿਲੇ ਸੀ ਅਕਾਲੀ ਦਲ ਦੇ ਇੱਕ ਵਫਦ ਦੇ ਰੂਪ 'ਚ। ਅਸੀਂ ਉੱਥੇ ਵੀ ਇਹ ਡਿਮਾਂਡ ਕੀਤੀ ਸੀ ਕਿ ਐਡੀਸ਼ਨਲ ਚੀਫ ਸੈਕਟਰੀ ਸਾਹਿਬ ਦੀ ਜਿਹੜੀ ਰਿਪੋਰਟ ਆ, ਇਹ ਤੁਹਾਡੇ ਸਾਰਿਆਂ ਕੋਲ ਹੋਣੀ ਮੇਰਾ ਖਿਆਲ, ਇਹਦੇ ਵਿੱਚ ਸਾਫ਼ ਆ, ਜਿਵੇਂ ਡਾਕਟਰ ਸਾਹਿਬ ਨੇ ਕਿਹਾ ਵੀ 39 ਕਰੋੜ ਰੁਪਈਆ ਮਿਸਿੰਗ ਆ ਜਿਹੜਾ ਗੋਸਟ ਇੰਸਟੀਚਿਊਸ਼ਨ ਨੂੰ ਦੇ ਦਿੱਤਾ। 17 ਕਰੋੜ ਰੁਪਈਆ ਐਸੇ ਇੰਸਟੀਚਿਊਸ਼ਨ ਨੂੰ ਦੇ ਦਿੱਤਾ ਪਿਕ ਐਂਡ ਚੂਜ਼ ਕਰਕੇ, ਜਿਨ੍ਹਾਂ ਦੇ ਵੱਲ 8 ਕਰੋੜ ਰੁਪਈਆ ਸਰਕਾਰ ਦਾ ਹਲੇ ਲੈਣਦਾਰੀ ਸੀਗੀ। ਪਿਕ ਐਂਡ ਚੂਜ਼ ਕਰਕੇ ਰਿਕਾਰਡ ਦੇ ਅੰਦਰ ਟੈਂਪਰਿੰਗ ਕਰਦੇ। ਇਹ ਰਿਪੋਰਟ ਕਹਿ ਰਹੀ ਹੈ ਰਿਕਾਰਡ ਨੂੰ ਪਾੜਿਆ ਗਿਆ, ਟੈਂਪਰ ਕੀਤਾ ਗਿਆ, ਪਿਕ ਐਂਡ ਚੂਜ਼ ਕੀਤਾ ਗਿਆ, ਫਾਈਲਾਂ ਜਿਹੜੀਆਂ ਬਾਈ ਹੈਂਡ ਮੂਵ ਹੋਈਆਂ, ਔਰ ਬੜੇ ਪਸੰਦੀਦਾ ਆਪਣੇ ਅਫਸਰਾਂ ਨੂੰ ਲਾ ਕੇ ਇਹ ਪੇਮੈਂਟ ਜਿਹੜੀ ਸੀ, ਡਿਸਬਰਸਮੈਂਟ ਜਿਹੜੀ ਸੀ, ਉਹਨੂੰ ਅੰਜਾਮ ਦਿੱਤਾ ਗਿਆ। ਔਰ ਪਹਿਲੀ ਵਾਰ ਡਾਇਰੈਕਟੋਰੇਟ ਕੋਲੋਂ ਸਾਰਾ ਕੰਮ ਲੈ ਕੇ ਮੰਤਰੀ ਜੀ ਨੇ ਆਪਣੇ ਅੰਗੂਠੇ ਥੱਲੇ ਕਰ ਲਿਆ। ਕਦੀ ਨਹੀਂ ਹੋਇਆ ਬਈ ਡਾਇਰੈਕਟੋਰੇਟ ਕੋਲੋਂ ਇਹ ਪਾਵਰਾਂ ਲਈਆਂ ਜਾਂਦੀਆਂ ਹੋਣ, ਲੇਕਿਨ ਪਹਿਲੀ ਵਾਰ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਾਰੀਆਂ ਤਾਕਤਾਂ ਆਪਣੇ ਕੋਲ ਇੱਕ ਆਪਣੇ ਪਸੰਦੀਦਾ ਅਫਸਰ ਨੂੰ ਲਾ ਕੇ ਆਪਣੇ ਕੋਲ ਲੈ ਲਈਆਂ। ਚੀਫ ਸੈਕਟਰੀ ਨੇ ਇੱਕ ਅਧਿਕਾਰੀ ਨੂੰ ਇਸ ਇਸ਼ੂ ਦੇ ਉੱਤੇ ਸਸਪੈਂਡ ਵੀ ਕੀਤਾ ਸੀ ਤੇ 2 ਦਿਨ 'ਚ ਹੀ ਮੰਤਰੀ ਜੀ ਨੇ ਉਹਨੂੰ ਬਹਾਲ ਕਰ ਦਿੱਤਾ ਸੀ, ਕਿਉਂਕਿ ਸਾਠਗਾਂਠ ਸੀ। ਸੋ ਇਹਦੇ ਵਿੱਚ ਟੋਟਲ 64 ਕਰੋੜ ਦਾ ਤਾਂ ਇੱਕ ਘਪਲਾ ਚੀਫ ਸੈਕਟਰੀ ਸਾਹਿਬ ਲਿਖਦੇ ਆ, ਜਿਹੜੇ ਐਡੀਸ਼ਨਲ ਚੀਫ ਸੈਕਟਰੀ ਆ ਕਿਰਪਾ ਸ਼ੰਕਰ ਸਰੋਜ ਜੀ, ਜਿਨ੍ਹਾਂ ਦੀ ਇਹ ਰਿਪੋਰਟ ਆ। ਸਾਡੀ ਡਿਮਾਂਡ 1 ਸਤੰਬਰ 2020 ਨੂੰ ਸੀ ਕੇਂਦਰ ਸਰਕਾਰ ਕੋਲੋਂ। ਅਸੀਂ ਕਿਹਾ ਸੀ ਇਹਦੇ ਵਿੱਚ ਪੈਸੇ ਦਾ ਲੈਣ ਦੇਣ ਹੋਇਆ, ਕੇਂਦਰ ਦੀ ਸਕੀਮ ਆ, ਇਹ ਕੇਂਦਰ ਦੇ ਫੰਡ ਆ ਤੇ CBI ਇਹ 'ਚ ਜਾਂਚ ਕਰ ਸਕਦੀ ਆ। ਲੇਕਿਨ ਹੁਣ ਜਾਂਚ ਦੇ ਹੁਕਮ ਹੋਏ ਆ। ਦੇਖੋ, ਪਹਿਲਾਂ ਵੀ ਜਿਹੜੀ 3 ਮੈਂਬਰੀ ਕਮੇਟੀ ਚੀਫ ਮਿਨਿਸਟਰ ਸਾਹਿਬ ਨੇ ਬਣਾਈ ਸੀ ਚੀਫ ਸੈਕਟਰੀ ਸਾਹਿਬ ਦੀ ਅਗਵਾਈ 'ਚ, ਉਹਨੇ ਵੀ ਗੋਂਗਲੂਆਂ ਤੋਂ ਮਿੱਟੀ ਝਾੜੀ। 7 ਕਰੋੜ ਕਾਹਦਾ? ਉਹ 7 ਕਰੋੜ ਕਿੱਦਾਂ ਬਣਿਆ, ਉਹਦਾ ਹਿਸਾਬ ਕਿਤਾਬ ਕੀ ਲਾਇਆ, ਉਹ ਵੀ ਤੁਹਾਡੇ ਸਾਹਮਣੇ ਪੇਸ਼ ਤਾਂ ਨਹੀਂ ਕੀਤੀ, ਉਹਨੂੰ ਪਬਲਿਕ ਤਾਂ ਨਹੀਂ ਕੀਤਾ ਗਿਆ ਰਿਪੋਰਟ ਨੂੰ, ਉੱਦਾਂ ਹੀ ਬਸ ਛੱਡ ਦਿੱਤਾ ਕਿ 7 ਕਰੋੜ ਰਹਿ ਗਿਆ। ਗੱਲ ਇਹ 64 ਕਰੋੜ ਹੀ ਨਹੀਂ, ਹੋਰ ਵੀ ਸੈਂਕੜੇ ਕਰੋੜ ਰੁਪਈਆ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਇਹਦਾ ਗਵਨ ਹੋਇਆ, ਇਹਦਾ ਘਪਲਾ ਹੋਇਆ। ਸਾਧੂ ਸਿੰਘ ਧਰਮਸੋਤ ਜ਼ਿੰਮੇਵਾਰ ਆ, ਔਰ ਸਾਧੂ ਸਿੰਘ ਧਰਮਸੋਤ ਨੂੰ ਆਸ਼ੀਰਵਾਦ ਚੀਫ ਮਿਨਿਸਟਰ ਸਾਹਿਬ ਦਾ ਹੈ, ਸਾਰੇ ਜਾਣਦੇ ਆ।
नहीं तो छोटे मोटे भी कोई गल हो जाए तो ਉਹਦੇ ਵਿੱਚ भी कोई जांच कोई इस्तीफा हो जाता, बाद ਵਿੱਚ भी लिया जा सकता। लेकिन 2 ਲੱਖ तो ज़्यादा शेड्यूल्ड कास्ट बच्चों का ਭਵਿੱਖਤ कतल हो गया, उन्होंने कॉलेजेस ਵਿੱਚੋਂ बाहर ਕੱਢ ਦਿੱਤਾ ਗਿਆ, उन्होंने रोल नंबर नहीं मिले, उन्होंने डिग्रियां नहीं मिलियां, वो तरले मारते रहे पढ़ाई के टाइम ते, वो धरनियां ते रहे बेचारे। बहुत सारे बच्चे पढ़ाइयां छड्ड के बेचारे, कोई ऑटो चला रहा, कोई लेबर कर रहा। ये सारी जिम्मेवारी स्टेट गवर्नमेंट की है, मुख्यमंत्री जी की है। पहला भी ये उत्ते कुछ नहीं होया, रिकॉर्ड जिहड़ा टैंपर होया, ते हुण भी ये साडी मंग है श्रोमणी अकाली दल वालों कि जिन्नी देर साधु सिंह धर्मसोत नूं बर्खास्त नहीं किया जाता, उन्होंने हटाया नहीं जाता, तो फ्री एंड फेयर इंक्वायरी जांच नहीं हो सकती। क्योंकि रिकॉर्ड तो सारा CBI ने वैलफेयर डिपार्टमेंट को लेना, स्टेट गवर्नमेंट को लेना, तो अधिकारी इन्हों के आ, मंत्री जी उत्ते बैठे आ, तो किमें कोई जांच हो सकती है। सो साडी ये डिमांड है अज कि उन्होंने बर्खास्त किया जाए, और गल सारी साफ आ। एडिशनल चीफ सैकटरी साहब की रिपोर्ट के मुताबिक उन्होंने परचा भी दर्ज होवे, जो साडी शुरू च मंग रही है, तो गिरफ्तार किया जाए उन्होंने, ताकि जेडे बच्चे बेचारे खज्जल होए आ, जिन्हों का भविख खराब हो गया, उन्होंने पेरेंट्स नूं माड़ा मोटा तो कोई मिले तसल्ली आवे, क्योंकि उन्होंने तो सपने ही चकनाचूर हो गए उन्होंने बच्चों की पढ़ाई के, उन्होंने फ्यूचर के। सो ये साडी मुख्य तौर पर मंग है अज कि साधु सिंह धर्मसोत नूं बर्खास्त किया जाए, परचा दर्ज करके गिरफ्तार किया जाए, तो CBI यदी इंक्वायरी कर सकती है। कि भी होर भी है, देखो 1 सितंबर तो बाद अज हुण 28 जुलाई हो गई है, लंबा समा लग गया डिसाइड करदिआं नूं केंद्र सरकार नूं CBI की इंक्वायरी। इनू भी बहुत जल्दी तुरंत इनू टाइम बाउंड करके ये इंक्वायरी नूं कीता जावे, जांच नूं कीता जावे, ताकि लोगों के पंजाब के लोगों सामने सारा सामने तो आवे भी किन्ना फंड आ, किन्ना पैसा खादा। सो ये साडी अज मुख्य तौर पर डिमांड आ। बाकी डॉक्टर चीमा साहब ने सारी गल तुहाडे सामने रख दी। वो तो गवर्नमेंट सोशल वेलफेयर मिनिस्ट्री है, उन्हें ऑलरेडी कंप्लेंट तो शुरू हुई है, जिन्ना अज रिपोर्ट होया वो सोशल वेलफेयर मिनिस्ट्री की, क्योंकि पैसा गवर्नमेंट ऑफ इंडिया देखो। पहला तो CBI की इंक्वायरी के जे फैक्ट्स अलग नज़र आते हैं तो डेफिनेटली फिर जिन्ना अफसर ने कवर अप करने की कोशिश की है, उन्होंने दे आर लाइबल फॉर पनिशमेंट, क्योंकि ये हुण फाइनल इंडिपेंडेंट इंक्वायरी तो CBI की होएगी, क्योंकि पहला अफसर एडिशनल चीफ सैकटरी सी, दूसरा उस तो सीनियर चीफ सैकटरी सी, पर क्योंकि साधु सिंह धर्मसोत उत्थे प्रेजेंट सी, उन्हें इस्तीफा नहीं दिता, इस करके फ्री एंड फेयर तो हो नहीं सकती। चीफ मिनिस्टर की पैट्रोनेज है, उन्होंने पहला क्लीन चिट देती, तो चीफ सैकटरी भी की कर सकता। पर जे CBI की इंक्वायरी के विच अलग फाइंडिंग होंदियां तो दैन नैचुरली दे आर अकाउंटेबल। नहीं, जिन्ने भी क्रिमिनल काम है, फौजदारी केस बनता है 420 है, जो कोई गलत क्लेम कर रहा तो वो राइट्स जो 80 बच्चों का BC बच्चों का खा रहा, तो नैचुरली ये फौजदारी केस बनते हैं सारे दे सारे ही उस क्रिमिनल जी है कॉन्सपिरेसी का पार्ट है, क्राइम का भी पार्ट है, इस करके तो सारे तो होना चाहिए। देखो, पहला है बच्चों की जलालत, साइकोलॉजिकल उन्होंने जो स्ट्रैस है कि रोज़ बच्चा कॉलेज जाने तो पहला अपने अंदर जी हीन भावना आती है कि मेरे इंस्टीट्यूशन वाले कहेंगे कि अपने पेरेंट्स को कह पहला फीस जमा कराओ, नहीं तो तेनों असी डिटेल्ड मार्क्स कार्ड नहीं देना, तेनों एग्जाम च नहीं बहन देना। एक बहुत अलग तरह की एक स्ट्रैस होंदी है बच्चे के उत्ते, जो तुसीं उहनूं ह्यूमिलेट करदे हो। ये तो किसी खाते च नहीं, गिनती च नहीं जी ये चीज़ आती है। जी असली ह्यूमिलेशन है कि उस बच्चे का मोरेल कितना डाउन हो जाता, जिन्हें स्टडी पर कंसनट्रेट करना, तुसीं उहनूं इन्हां गल्लां ते जलील कर दो। देखो तुहानूं याद होएगा देखो यही सवाल साडा सारिਆਂ ਦਾ, ਜਦੋਂ नवी गवर्नमेंट आई 2017 च
ਤੇ ਇਹਨਾਂ ਨੇ ਕਿਹਾ ਇਹ ਉਲਟ ਸਾਨੂੰ ਕਹਿੰਦੇ ਰਹੇ ਸਾਡੇ ਸਮੇਂ ਤੇ ਬੱਚਿਆਂ ਨੂੰ ਕੁਝ ਮਹੀਨੇ ਲੇਟ ਤਾਂ ਫੀਸ ਹੋ ਗਈ ਹੋਏਗੀ, ਉਹ ਵੀ ਸਾਡੇ ਕਰਕੇ ਨਹੀਂ, ਕੇਂਦਰ ਸਰਕਾਰ ਕਰਕੇ। ਲੇਕਿਨ ਇਹੋ ਜਿਹਾ ਕੋਈ ਫਰਾਡ ਨਹੀਂ ਹੋਇਆ, ਕੋਈ ਬੱਚਿਆਂ ਦਾ ਕੋਲੋਂ ਰਾਈਟ ਨਹੀਂ ਖੋਇਆ ਗਿਆ ਐਜੂਕੇਸ਼ਨ ਦਾ। ਇਹਨਾਂ ਨੇ ਆ ਕੇ ਕਿਹਾ ਜੀ ਅਸੀਂ ਆਡਿਟ ਕਰਾ ਰਹੇ ਹਾਂ ਸਾਰੇ ਫੰਡਸ ਦਾ। ਤੁਹਾਨੂੰ ਯਾਦ ਹੋਏਗਾ ਬੜਾ 3 ਸਾਲ ਦਾ ਆਡਿਟ ਦਾ ਇੱਕ ਵਾਰੀ ਤਾਂ ਸਾਧੂ ਸਿੰਘ ਧਰਮਸੋਤ ਹੋਣਾ ਨੇ ਕਹਿ ਦਿੱਤਾ ਜੀ 326 ਕਰੋੜ ਰੁਪਈਆ ਅਸੀਂ ਫੜ ਲਿਆ, ਅਸੀਂ ਆਡਿਟ ਕਰਾ ਰਹੇ ਹਾਂ। ਫਿਰ 6 ਮਹੀਨੇ ਬਾਅਦ ਵਿਧਾਨ ਸਭਾ 'ਚ ਕਹਿ ਦਿੱਤਾ ਨਹੀਂ ਜੀ 250 ਕਰੋੜ ਰੁਪਈਆ ਅਸੀਂ ਫੜ ਲਿਆ। ਕਰਦੇ ਕਰਦੇ ਹੁਣ ਇਹਨਾਂ ਨੂੰ ਪੁੱਛੋ ਵੀ ਜਿਹੜੀ ਆਡਿਟ ਸੀ ਤੁਹਾਡੀ ਪੰਜਾਬ ਗਵਰਨਮੈਂਟ ਦੀ, ਉਹਦਾ ਆਡਿਟ ਦਾ ਕੀ ਬਣਿਆ? ਜਿਹਦੇ ਵਿੱਚ ਤੁਸੀਂ ਦੋਸ਼ੀ ਬਣਾ ਰਹੇ ਸੀ, ਉਹ ਆਡਿਟ ਦਾ ਵੀ ਕੁਝ ਨਹੀਂ ਬਣਿਆ। ਉਹਦੇ ਵਿੱਚ ਵੀ ਇਹ ਮੈਂ ਸਮਝਦਾ ਉਹਨੂੰ ਵੀ ਇੱਕ ਪਾਰਟ ਬਣਾ ਲੈਣਾ ਚਾਹੀਦਾ ਜਾਂਚ ਦਾ। ਉਹਦੇ ਵਿੱਚ ਵੀ ਕਾਲਜਸ ਦੇ ਕੋਲੋਂ ਪੈਸੇ ਲੈ ਕੇ ਉਹ ਸਾਰੇ ਹੀ ਉਹਨਾਂ ਨੂੰ ਵੀ ਐਨਓਸੀਆਂ ਦੇ ਦਿੱਤੀਆਂ। ਇਹ ਸਾਰਾ ਕੁਝ ਇਸ ਮਹਿਕਮੇ ਦੇ ਵਿੱਚ ਇਹ ਜਿਹੜਾ ਗੰਦ ਪਿਆ ਆ, ਜਿਹੜਾ ਸਾਧੂ ਸਿੰਘ ਧਰਮਸੋਤ ਐਂਡ ਕੰਪਨੀ ਨੇ ਪਾਇਆ, ਇਹ ਮੁੱਖ ਮੰਤਰੀ ਜੀ ਦੇ ਆਸ਼ੀਰਵਾਦ ਨਾਲ, ਉਹਨਾਂ ਦੀ ਪੈਟਰਨੇਜ ਨਾਲ ਪਾਇਆ ਸਾਰਾ ਕੁਝ। ਨਹੀਂ ਇਹ ਮੈਨੂੰ ਪਤਾ ਨਹੀਂ, ਹਾਲੇ ਮੇਰੇ ਖਿਆਲ ਸਰਵਿਸ 'ਚ ਹੀ ਆ ਉਹ, ਲੇਕਿਨ ਇਹ ਦੋਸ਼ੀ ਤਾਂ ਮੰਤਰੀ ਜੀ ਹੈ ਨਾ। ਦੇਖੋ ਸਿਰਫ ਜਦੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਘਪਲੇ ਦਾ ਰੌਲਾ ਪੈ ਗਿਆ ਪੂਰੇ ਪੰਜਾਬ 'ਚ, ਦੇਖੋ ਪੂਰਾ ਪੰਜਾਬ ਇਸ ਵੇਲੇ ਦੋਸ਼ੀ ਮੰਨਦਾ ਸਰਕਾਰ ਨੂੰ ਤੇ ਸਾਧੂ ਸਿੰਘ ਨੂੰ। ਜਦੋਂ ਇਹ ਰੌਲਾ ਪੈ ਗਿਆ, ਜਦੋਂ ਐਮਐਲਏਜ਼ ਨੂੰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੀਡੀਆ ਨੇ, ਵਿਦਿਆਰਥੀਆਂ ਨੇ, ਪੇਰੈਂਟਸ ਨੇ, ਫਿਰ ਇਹਨਾਂ ਨੇ ਇੱਕ ਜਾਲੀ ਜੀ ਸਕੀਮ ਬਣਾਈ, ਡਾਕਟਰ ਅੰਬੇਡਕਰ ਸਕਾਲਰਸ਼ਿਪ ਸਕੀਮ। ਅੱਜ ਤੱਕ ਇੱਕ ਵੀ ਬੱਚੇ ਨੂੰ ਉਹਦੇ ਵਿੱਚ ਕਿਸੇ ਨੂੰ ਬੈਨੀਫਿਟ ਨਹੀਂ ਮਿਲਿਆ, ਕੋਈ ਨਹੀਂ ਉਹਦਾ ਫਾਇਦਾ। ਉਹ ਸਿਰਫ ਪੇਪਰਾਂ 'ਚ ਦੇਤੀ ਕਿ ਅਸੀਂ ਸਕੀਮ ਬਣਾਤੀ ਜੀ, ਕਿਸੇ ਨੂੰ ਕੋਈ ਫਾਇਦਾ ਨਹੀਂ ਹੋਇਆ। ਸਿਰਫ ਕਵਰ ਅਪ ਕਰਨ ਲਈ, ਅੱਖਾਂ 'ਚ ਮਿੱਟੀ ਪਾਉਣ ਲਈ ਉਹ ਸਕੀਮ ਜਿਹੜੀ ਬਣਾਤੀ ਸੀ ਉਹ 'ਚੋਂ ਕੁਝ ਨਹੀਂ ਮਿਲਿਆ। ਔਰ ਹੋਰ ਦੱਸਦਾ ਤੁਹਾਨੂੰ, ਫਰਵਰੀ 2019, ਮਾਰਚ 2020 'ਚ 309 ਕਰੋੜ ਰੁਪਈਆ ਕੇਂਦਰ ਸਰਕਾਰ ਦਾ ਆਇਆ ਸੀ ਪਿਛਲੇ ਸਾਲ ਤੱਕ। 309 ਕਰੋੜ ਰੁਪਈਆ ਉਹ ਪੁਰਾਣਾ ਬੈਲੈਂਸ ਸੀਗਾ। ਉਸ ਪੈਸੇ ਦੀ ਵੀ ਕਿੱਦਾਂ ਖੁਰਦ-ਬੁਰਦ ਹੋਇਆ ਉਹ ਪੈਸਾ, ਕਿੱਦਾਂ ਉਹਦੀ ਵੰਡ ਹੋਈ ਆ, ਬਾਂਦਰ ਵੰਡ ਹੋਈ ਆ ਜਿੱਦਾਂ ਉਹਦੀ ਵੀ ਜਾਂਚ ਇਹਦੇ ਵਿੱਚ ਹੋਣੀ ਚਾਹੀਦੀ ਹੈ। ਕਿਉਂਕਿ ਉਸ ਸਕੀਮ ਦਾ ਪੈਸਾ ਚੁੱਕ ਕੇ ਇਹਨਾਂ ਨੇ ਜਿਹੜਾ ਹੁਣ ਇੱਕ ਸਕੀਮ ਬਣਾਈ ਆ, ਉਹ ਪੈਸਾ ਉਹਦੇ ਵਿੱਚੋਂ ਚੁੱਕ ਕੇ ਪੁਰਾਣੇ ਪੈਸੇ ਦੇ ਦਿੱਤੇ ਆਪਣੀ ਸਕੀਮ 17 ਤੱਕ ਦਾ ਪੈਸਾ ਉਹ ਸਾਰਾ। ਤੇ ਜਿਹੜਾ ਪੈਸਾ ਹੁਣ ਇਹ ਪਿੱਛੇ